ਮਹਿੰਗਾਈ ਨਾਲ ਕਈ ਚੀਜ਼ਾਂ ਜੁੜੀਆਂ ਹੋਈਆਂ। ਆਪਣੀ ਜਿਹੜੀ ਤਨਖਾਹਾਂ ਵੱਧਦੀਆਂ ਉਹ ਵੀ ਮਹਿੰਗਾਈ ਨਾਲ ਜੁੜੀਆਂ ਹੋਈਆਂ। ਫੈਕਟਰੀਆਂ ਨੇ ਕੱਲ੍ਹ ਨੂੰ ਅੱਗੇ ਵਧਣਾ ਹੈਗਾ, ਆਪਣੀ ਪ੍ਰੋਡਕਸ਼ਨ ਵਧਾਉਣੀ ਹੈ, ਘਰ ਬਣਨੇ ਆ, ਕੁਝ ਵੀ ਚੀਜ਼ ਹੈ, ਹਰ ਇੱਕ ਤਰ੍ਹਾਂ ਦਾ ਜਿਹੜਾ ਡਿਵੈਲਪਮੈਂਟ ਹੈਗੀ ਹੈ ਬੇਸਿਕਲੀ ਇੱਕ ਕਿਸਮ ਦਾ ਇਹ ਵਿਕਾਸ ਦਾ ਇੰਡੀਕੇਟਰ ਵੀ ਹੈ। ਇੰਡੀਕੇਟਰ ਵੀ ਹੁਣ ਆਪਾਂ ਤੰਗ ਤਾਂ ਹੀ ਹੈ ਨਾ ਜੀ, ਕਿਉਂਕਿ ਆਪਣੀਆਂ ਜਿਹੜੀਆਂ ਤਨਖਾਹਾਂ ਉਹ ਤਾਂ ਉਸ ਰੇਟ ਤੇ ਵਧੀਆਂ ਨਹੀਂ, ਉਹ ਤਾਂ ਆਪਣੀਆਂ 2% ਦੇ ਹਿਸਾਬ ਨਾਲ ਵਧੀਆਂ, ਕਈਆਂ ਦੀਆਂ ਤਾਂ ਉਲਟਾ ਘਟ ਗਈਆਂ ਕੋਵਿਡ ਦੇ ਕਾਰਨ। ਆਪਾਂ ਨੂੰ ਪਤਾ ਹੈ ਸੈਲਰੀ ਕੱਟ ਲੱਗੇ ਆ, ਕਈਆਂ ਦੀਆਂ ਨੌਕਰੀਆਂ ਜਾਂਦੀਆਂ ਰਹੀਆਂ, ਤੇ ਉਲਟਾ ਕੀਮਤਾਂ ਜਿਹੜੀਆਂ ਸੀਗੀਆਂ 2% ਦੀ ਬਜਾਏ 8% ਤੱਕ ਚਲੀਆਂ ਗਈਆਂ। ਹੁਣ ਇੱਕ ਅਕਸਰ ਬੜਾ ਹੀ ਕਾਮਨ ਸਵਾਲ ਹੁੰਦਾ ਜੀ ਕਿ ਜੀ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਵਧਾਉਣ ਦਾ ਮਹਿੰਗਾਈ ਨਾਲ ਕੀ ਕਨੈਕਸ਼ਨ ਹੈ, ਮਹਿੰਗਾਈ ਇਹਦੇ ਨਾਲ ਕਿਵੇਂ ਘਟਦੀ ਹੈ? ਇੱਕ ਇਨਸਾਨ ਹੈ, ਉਹਦੇ ਕੋਲ ਮਹਿੰਗੀ ਗੱਡੀ ਹੈ, ਸਮੋਕ ਕਰਦਾ, ਸਟੇਕ ਹਾਊਸ ਦੇ ਵਿੱਚ ਜਾ ਕੇ ਖਾਣਾ ਖਾਂਦਾ, ਉਹਦੇ ਲਈ ਮਹਿੰਗਾਈ ਦੀ ਦਰ ਕੁਝ ਹੋਰ ਹੈ। ਇੱਕ ਇਨਸਾਨ ਹੈ, ਸਾਦਾ ਜੀਵਨ ਜਿਉਂਦਾ, ਸਾਈਕਲ ਰੱਖਦਾ, ਸਾਦੇ ਕੱਪੜੇ ਪਾਉਂਦਾ, ਉਹਦੀ ਕਮਾਈ ਵੀ ਘੱਟ ਹੋਊਗੀ, ਲੇਕਿਨ ਉਹਦੇ ਵਾਸਤੇ ਮਹਿੰਗਾਈ ਜਿਹੜੀ ਆ ਉਹ ਹੋਰ ਰੂਪ 'ਚ ਆਊਗੀ। ਅੱਜ ਕੱਲ੍ਹ ਅਸੀਂ ਕੁਝ ਸ਼ਬਦਾਂ ਨਾਲ ਖਬਰਾਂ ਰਾਹੀਂ ਘਿਰੇ ਹੋਏ ਹਾਂ, ਜਿਹਦੇ 'ਚ ਮਹਿੰਗਾਈ ਦੀ ਦਰ, ਬੈਂਕ ਦਾ ਕੀ ਇੰਟਰਸਟ ਰੇਟ ਅਤੇ ਬੈਂਕ ਦੇ ਕੀ ਇੰਟਰਸਟ ਰੇਟ ਦਾ ਇਨਫਲੇਸ਼ਨ ਨਾਲ, ਮਹਿੰਗਾਈ ਨਾਲ ਕੀ ਸੰਬੰਧ ਹੈ। ਇਹ ਚੀਜ਼ਾਂ ਅਸੀਂ ਖਬਰਾਂ 'ਚ ਪੜ੍ਹਦੇ ਹਾਂ, ਸੁਣਦੇ ਹਾਂ, ਪਰ ਇਹ ਕਿਵੇਂ ਸਿਸਟਮ ਕੰਮ ਕਰਦਾ, ਮਹਿੰਗਾਈ ਦੀ ਦਰ ਕੀ ਚੀਜ਼ ਹੈ, ਕਿਵੇਂ ਤੈਅ ਹੁੰਦੀ ਹੈ, ਤੇ ਬੈਂਕ ਦੁਆਰਾ ਆਪਣਾ ਇੰਟਰਸਟ ਰੇਟ ਵਧਾਉਣ ਨਾਲ ਮਹਿੰਗਾਈ ਕਿਵੇਂ ਕੰਟਰੋਲ ਹੁੰਦੀ ਹੈ, ਇਹਨਾਂ ਚੀਜ਼ਾਂ ਦੀ ਬਹੁਤ ਵਾਰ ਸਾਨੂੰ ਸਮਝ ਨਹੀਂ ਆਉਂਦੀ, ਤੇ ਅੱਜ ਅਸੀਂ ਇਸ ਬਾਰੇ ਗੱਲਬਾਤ ਕਰਾਂਗੇ। ਤੇ ਇਸ ਮੁੱਦੇ ਦੇ ਉੱਤੇ ਸਾਡੀ ਟੀਮ ਦੇ ਮੈਂਬਰ ਅਤੇ ਰੈਡ FM ਜਰਨਲਿਸਟ ਜਤਿੰਦਰ ਤਤਗੀਰ ਹੋਰਾਂ ਨੇ ਵੱਖ-ਵੱਖ ਡਾਕੂਮੈਂਟਸ ਦੀ ਸਟੱਡੀ ਰਾਹੀਂ ਬੈਂਕ ਆਫ ਕੈਨੇਡਾ ਦੇ ਜਿਹੜੇ ਡਾਕੂਮੈਂਟਸ ਨੇ ਉਹਨਾਂ ਦੀ ਸਟੱਡੀ ਕਰਕੇ ਇਹਨਾਂ ਚੀਜ਼ਾਂ ਨੂੰ ਸੌਖੇ ਤਰੀਕੇ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ, ਤੇ ਅੱਜ ਅਸੀਂ ਉਹਨਾਂ ਨਾਲ ਇਹਦੇ ਬਾਰੇ ਗੱਲਬਾਤ ਕਰਾਂਗੇ। ਜਤਿੰਦਰ ਜੀ, ਬਹੁਤ-ਬਹੁਤ ਤੁਹਾਡਾ ਸ਼ੁਕਰੀਆ। ਤੁਸੀਂ ਕਾਫੀ ਮਿਹਨਤ ਕੀਤੀ ਹੈ, ਇਸ ਤੇ 2-3 ਦਿਨ ਲਾਏ ਨੇ ਜੀ। ਸ਼ੁਕਰੀਆ। ਤੇ ਕਿਉਂਕਿ ਚੀਜ਼ਾਂ, ਇਹ ਸ਼ਬਦ ਅਸੀਂ ਯੂਜ਼ ਬਹੁਤ ਕਰਦੇ ਹਾਂ। ਬਿਲਕੁਲ ਜੀ। ਤੇ ਪਰ ਇੱਕ ਸਿੰਪਲ ਜੀ ਚੀਜ਼ ਹੈ ਕਿ ਮਹਿੰਗਾਈ ਦੀ ਦਰ, ਤੇ ਜੇ ਕਿਸੇ ਨੂੰ ਪੁੱਛ ਲਿਆ ਜਾਏ ਕਿ ਮਹਿੰਗਾਈ ਦੀ ਦਰ ਕੀ ਹੈ ਤੇ ਕਿਵੇਂ ਤੈਅ ਹੁੰਦੀ ਹੈ, ਇਹ ਵੀ ਸ਼ਾਇਦ ਬਹੁਤ ਥੋੜੇ ਲੋਕ ਇਹਦਾ ਆਨਸਰ ਕਰ ਸਕਦੇ ਨੇ। ਮਹਿੰਗਾਈ ਪਹਿਲਾਂ ਤਾਂ ਜੀ ਸਾਰਿਆਂ ਨੂੰ ਇੱਕ ਮਾੜਾ ਸ਼ਬਦ ਆ ਆਪਣੇ ਆਪ ਦੇ ਵਿੱਚ, ਮਤਲਬ ਨੈਗੇਟਿਵਿਟੀ ਆਉਂਦੀ ਹੈ ਇਹਦੇ ਵਿੱਚੋਂ, ਡਰ ਲੱਗਦਾ। ਪਰ ਹਾਂ, ਤੁਹਾਡੀ ਗੱਲ ਸਹੀ ਹੈ ਕਿ ਮਹਿੰਗਾਈ ਨੂੰ ਸਹੀ ਤਰੀਕੇ ਨਾਲ ਪਰਿਭਾਸ਼ਿਤ ਕਰ ਪਾਉਣਾ ਇਹ ਬੜਾ ਮੁਸ਼ਕਿਲ ਹੋ ਜਾਂਦਾ। ਮਹਿੰਗਾਈ ਬੇਸਿਕਲੀ ਇੱਕ ਰਿਲੇਟਿਵ ਸਟੱਡੀ ਹੈ, ਜਦੋਂ ਤੱਕ ਮੈਂ ਪੜ੍ਹਿਆ ਜਾਂ ਮੈਂ ਸਮਝਿਆ। ਇਹ ਹੈਗਾ ਵੀ ਇੱਕ ਸਮੇਂ ਤੋਂ ਦੂਜੇ ਸਮੇਂ ਤੱਕ ਕੀਮਤਾਂ ਦਾ ਵਧਣਾ ਜਾਂ ਘਟਣਾ। ਵੱਧਦਾ ਤਾਂ ਉਹਨੂੰ ਆਪਾਂ ਇਨਫਲੇਸ਼ਨ ਕਹਿ ਦਿੰਦੇ ਹਾਂ, ਜੇ ਘਟਦਾ ਤਾਂ ਉਹਨੂੰ ਆਪਾਂ ਡਿਫਲੇਸ਼ਨ ਕਹਿ ਦਿੰਦੇ ਹਾਂ। ਕਿਸੇ ਇੱਕ ਪਰਟੀਕੂਲਰ ਸਮੇਂ ਤੋਂ ਲੈ ਕੇ ਦੂਸਰੇ ਪਰਟੀਕੂਲਰ, ਲਗਭਗ ਇਹ ਸਾਲ ਦੇ ਵਿੱਚ ਸਟੱਡੀ ਹੁੰਦੀ ਹੈ ਮੋਸਟਲੀ ਜਿਹੜੀ ਕੀਤੀ ਜਾਂਦੀ ਹੈ, ਉਹਨੂੰ ਆਪਾਂ ਇਨਫਲੇਸ਼ਨ ਜਾਂ ਮਹਿੰਗਾਈ ਕਹਿ ਦਿੰਦੇ ਹਾਂ। ਸੋ ਬੇਸਿਕਲੀ ਜੇ ਸਾਲ 2000 ਦੇ ਮੁਕਾਬਲੇ 2021 ਚ ਚੀਜ਼ਾਂ ਦੀ ਕੀਮਤ ਉੱਤੇ ਚਲੇ ਗਈ, ਕਿੰਨੇ ਫੀਸਦ ਵੱਧ ਗਈ, ਉਹ ਬਸ ਉਹ ਮਹਿੰਗਾਈ ਦੀ ਦਰ ਹੋ ਗਈ। ਤੇ ਇਹ ਜਿਹੜੀ ਦਰ ਹੈਗੀ ਆ, ਫਿਰ ਇਹ ਹੁਣ ਇਸ ਵੇਲੇ ਇਸ਼ੂ ਬਣਿਆ ਹੋਇਆ ਕਿ ਇਹ ਦਰ ਬਹੁਤ ਜ਼ਿਆਦਾ ਹੋ ਗਈ ਹੈ ਜੀ। ਸੋ ਜਿਵੇਂ ਜਦੋਂ ਇਹ ਬੈਂਕ ਨੇ ਸ਼ੁਰੂ ਕੀਤਾ ਸੀ, ਬੈਂਕ ਆਫ ਕੈਨੇਡਾ ਨੇ, ਕਿ 8% ਤੱਕ ਚਲੇ ਗਈ ਸੀ। ਬਿਲਕੁਲ। ਸੋ ਦਾ ਮਤਲਬ ਇਹ ਸੀ ਕਿ ਉਸ ਸਾਲ ਉਸ ਤੋਂ ਪਿਛਲੇ ਸਾਲ ਨਾਲੋਂ 8 ਗੁਣਾ ਵੱਧ। ਜਿਹੜੀ ਚੀਜ਼ ਸਮਝ ਲਓ ਤੁਹਾਨੂੰ ਪਹਿਲਾਂ $100 ਦੀ ਮਿਲਦੀ ਸੀ, ਉਹ ਹੁਣ $108 ਦੀ ਹੋ ਗਈ। ਉਹ 8%, 100 ਪਿੱਛੇ $8 ਦਾ ਫਰਕ ਪੈ ਗਿਆ। ਓਕੇ, ਫਿਰ ਇਹ ਮੰਥ ਟੂ ਮੰਥ ਵੀ ਇਹਨੂੰ ਮੰਥ ਟੂ ਮੰਥ ਵੀ ਕੈਲਕੂਲੇਟ ਕੀਤਾ ਜਾ ਸਕਦਾ ਹੈ, ਈਅਰ ਟੂ ਈਅਰ ਵੀ ਕੀਤਾ ਜਾਂਦਾ ਹੈ। ਉਹ ਜਿਵੇਂ, ਪਰ ਜ਼ਿਆਦਾਤਰ ਜਿਹੜਾ ਹੁੰਦਾ ਹੈ ਇਹ ਈਅਰ ਟੂ ਈਅਰ ਜਿਹੜਾ ਹੈਗਾ ਉਹਨੂੰ ਜਿਹੜੀ ਉਹਦੀ ਹੈਗੀ ਵੇਰੀਏਸ਼ਨ ਉਹ ਦਿਖੀ ਜਾਂਦੀ ਹੈ। ਓਕੇ, ਹੁਣ ਇਹਦੇ 'ਚ ਇੱਕ ਇਸ਼ੂ ਆ ਜਾਂਦਾ ਹੈ ਕਿ ਇੱਕ ਬੈਂਕ ਨੇ ਆਪਣਾ ਟਾਰਗੇਟ ਰੇਟ ਤੈਅ ਕੀਤਾ ਹੋਇਆ, ਬੈਂਕ ਆਫ ਕੈਨੇਡਾ ਨੇ, ਕਿ 2% ਤੇ ਇਹਨੂੰ ਲੈ ਕੇ ਆਉਣਾ ਜੀ। ਸੋ 2% ਸ਼ਾਇਦ ਉਹ ਇਸ ਕਰਕੇ ਲੈ ਕੇ ਆਉਣਾ ਕਿ ਉਹਨਾਂ ਨੂੰ ਲੱਗਦਾ ਕਿ 2% ਓਕੇ ਆ, ਠੀਕ ਹੈ। ਜੇ ਉਸ ਤੋਂ ਜ਼ਿਆਦਾ ਜਾਂਦੀ ਹੈ ਮਹਿੰਗਾਈ ਤੇ ਫਿਰ ਇਹ ਪ੍ਰੋਬਲਮ ਹੈ। ਬਿਲਕੁਲ। ਹੁਣ ਇਹ 2% ਕਿਵੇਂ ਤੈਅ ਹੋਇਆ? ਇਹ ਦਰਅਸਲ ਸ਼ਮੀਲ ਜੀ, ਜੋ ਸਟੱਡੀ ਦੇ ਵਿੱਚ ਬੈਂਕ ਆਫ ਕੈਨੇਡਾ ਦੀ ਵੈਬਸਾਈਟ ਦੇ ਉੱਤੇ ਇੱਕ ਆਰਟੀਕਲ ਪਿਆ, ਜਿਹੜਾ ਬੜਾ ਐਲੈਬੋਰੇਟ ਆਰਟੀਕਲ ਹੈ ਤੇ ਬੜਾ ਇਨਫੋਰਮੇਟਿਵ ਹੈ। ਉਹਦੇ ਮੁਤਾਬਕ ਜੋ ਜਾਣਕਾਰੀ ਹਾਸਲ ਹੋਈ ਆ ਉਹ ਇਹ ਕਹਿੰਦੀ ਹੈ ਵੀ 1970ਵਿਆਂ ਦੇ ਵਿੱਚ, ਪਹਿਲਾਂ ਤਾਂ ਆਪਾਂ ਗੱਲ ਕਰੀਏ, ਅੱਛਾ ਮਹਿੰਗਾਈ ਪਹਿਲੀ ਵਾਰ ਨਹੀਂ ਹੈ ਵੀ ਆਪਾਂ 8% ਤੱਕ, ਐਕਚੁਅਲੀ ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ ਉਹਨਾਂ ਨੇ ਸ਼ਾਇਦ ਹੁਣ ਆਪਾਂ ਦੇਖਿਆ ਇਹ ਮਹਿੰਗਾਈ ਕਿਸੇ ਵੇਲੇ 20-21% ਤੱਕ ਵੀ ਗਈ ਹੈ ਕਈ ਸਾਲਾਂ ਦੇ ਵਿੱਚ। ਵੈਸੇ ਜਿਹੜਾ ਡੇਟਾ ਅਵੇਲੇਬਲ ਹੈਗਾ ਉਹ 1914 ਤੋਂ ਲੈ ਕੇ, ਜਿਹਨੂੰ ਆਪਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ, ਆਪਾਂ ਇਹ 'ਤੇ ਵੀ ਗੱਲ ਕਰਾਂਗੇ, ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹੜਾ ਹੈਗਾ 1914 ਤੋਂ ਮੇਨਟੇਨ ਹੁੰਦਾ, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਕਈ ਵਾਰ ਇਹ ਇਨਫਲੇਸ਼ਨ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਵੀ ਗਈ ਹੈ। 1970-71 ਦੇ ਵਿੱਚ ਜਿਹੜਾ ਸੀਗਾ ਉਹ ਇਹ 8% ਦੇ ਆਸ-ਪਾਸ ਵੀ ਘੁੰਮਦੀ ਰਹੀ ਹੈ। ਉਸ ਤੋਂ ਪਹਿਲਾਂ ਕੋਈ ਇਹਦੇ 'ਤੇ ਮਾਪਦੰਡ ਨਹੀਂ ਸੀ ਬਣਾਇਆ ਗਿਆ। ਔਰ ਜੇ ਦੁਨੀਆ ਦੇ ਹੋਰ ਹਿੱਸਿਆਂ ਨੂੰ ਦੇਖੀਏ ਤਾਂ ਇਸ ਤੋਂ ਕਿਤੇ ਜ਼ਿਆਦਾ ਵੀ, ਬਹੁਤ ਜ਼ਿਆਦਾ ਵੀ, ਜਿਹੜੀ ਆਪਾਂ ਸੋਚ ਵੀ ਨਹੀਂ ਸਕਦੇ। 1991 ਦੇ ਵਿੱਚ ਫਿਰ ਜਿਹੜੀ ਬੈਂਕ ਆਫ ਕੈਨੇਡਾ
ਤੇ ਗਵਰਨਮੈਂਟ ਆਫ ਕੈਨੇਡਾ ਇਹ ਐਗਰੀ ਹੋਏ ਇਸ ਗੱਲ ਦੇ ਉੱਤੇ ਵੀ ਆਪਾਂ ਇਹਦਾ ਇੱਕ ਨਿਰਧਾਰਿਤ ਕਰੀਏ। ਉਹਨਾਂ ਨੇ ਇੱਕ ਟਰਮ ਬਣਾਈ ਵੀ ਕੈਨੇਡਾ ਵਾਸਤੇ ਸਹੀ ਕੀ ਹੈ। ਕੈਨੇਡਾ ਵਾਸਤੇ ਸਹੀ ਹੈ ਉਹ ਕਹਿੰਦੇ ਲੋ, ਪ੍ਰੈਡਿਕਟੇਬਲ ਤੇ ਸਟੇਬਲ ਇਨਫਲੇਸ਼ਨ ਹੋਣੀ ਜ਼ਰੂਰੀ ਹੈ। ਆਪਾਂ ਇਹ ਨਹੀਂ ਕਹਿ ਸਕਦੇ ਕਿ ਮਹਿੰਗਾਈ ਨੂੰ ਜ਼ੀਰੋ ਕਰ ਦਿਓ, ਫਿਰ ਉਹ ਵਿਕਾਸ ਰੁਕ ਜਾਏਗਾ, ਤੁਸੀਂ ਅੱਗੇ ਨਹੀਂ ਵਧੋਗੇ। ਮਹਿੰਗਾਈ ਨਾਲ ਕਈ ਚੀਜ਼ਾਂ ਜੁੜੀਆਂ ਹੋਈਆਂ। ਆਪਣੀ ਜਿਹੜੀ ਤਨਖਾਹਾਂ ਵੱਧਦੀਆਂ ਉਹ ਵੀ ਮਹਿੰਗਾਈ ਨਾਲ ਜੁੜੀਆਂ ਹੋਈਆਂ। ਫੈਕਟਰੀਆਂ ਨੇ ਕੱਲ੍ਹ ਨੂੰ ਅੱਗੇ ਵਧਣਾ ਹੈਗਾ, ਆਪਣੀ ਪ੍ਰੋਡਕਸ਼ਨ ਵਧਾਉਣੀ ਹੈ, ਘਰ ਬਣਨੇ ਆ, ਕੁਝ ਵੀ ਚੀਜ਼ ਹੈ, ਹਰ ਇੱਕ ਤਰ੍ਹਾਂ ਦਾ ਜਿਹੜਾ ਡਿਵੈਲਪਮੈਂਟ ਹੈਗੀ ਹੈ ਬੇਸਿਕਲੀ ਇੱਕ ਕਿਸਮ ਦਾ ਇਹ ਵਿਕਾਸ ਦਾ ਇੰਡੀਕੇਟਰ ਵੀ ਹੈ, ਤਰੱਕੀ ਦਾ ਵੀ ਇੰਡੀਕੇਟਰ। ਇਹ 1991 ਦੇ ਵਿੱਚ ਜਿਹੜਾ 2% ਹੈ, ਇਹ 1991 ਦੇ ਵਿੱਚ ਨਿਰਧਾਰਿਤ ਕੀਤਾ ਗਿਆ ਸੀ ਵੀ ਇਹਨੂੰ ਆਪਾਂ 2% ਤੇ ਇਹਨੂੰ ਸਟੇਬਲ ਰੱਖੀਏ, ਇਹ ਸਾਰਿਆਂ ਲਈ ਚੰਗਾ ਹੋਊਗਾ। ਤਾਂ ਇਹ ਉਦੋਂ ਤੋਂ ਚੱਲਿਆ ਆਉਂਦਾ ਜੀ। ਸੋ ਇਸ ਕਰਕੇ ਉਹ ਜਿਹੜਾ ਇੱਕ ਮੰਨ ਲਿਆ ਗਿਆ ਕਿ ਇਹ ਕੈਨੇਡੀਅਨ ਇਕਨੋਮੀ ਦੀ ਹੈਲਥ ਦਾ ਇਹ ਇੱਕ ਸੂਚਕ ਹੈ ਕਿ ਇਹ ਜੇ 2% ਤੱਕ ਜੇ 2% ਦੇ ਹਿਸਾਬ ਨਾਲ ਅਸੀਂ ਸਾਰੀਆਂ ਚੀਜ਼ਾਂ ਦੇਖੋ, ਮੁੱਲ ਵੀ 2% ਦੇ ਹਿਸਾਬ ਨਾਲ ਵੱਧਦੇ ਜਾਣ, ਲੋਕਾਂ ਦੀ ਕਮਾਈ ਵੀ 2% ਦੇ ਹਿਸਾਬ ਨਾਲ ਵੱਧਦੀ ਜਾਵੇ, ਤਾਂ ਉਹ ਕਿਸੇ ਨੂੰ ਪਿੰਚ ਨਹੀਂ ਕਰੂਗਾ। ਹੁਣ ਆਪਾਂ ਤੰਗ ਤਾਂ ਹੀ ਹੈ ਨਾ ਜੀ, ਕਿਉਂਕਿ ਆਪਣੀਆਂ ਜਿਹੜੀਆਂ ਤਨਖਾਹਾਂ ਉਹ ਤਾਂ ਉਸ ਰੇਟ ਤੇ ਵਧੀਆਂ ਨਹੀਂ, ਉਹ ਤਾਂ ਆਪਣੀਆਂ 2% ਦੇ ਹਿਸਾਬ ਨਾਲ ਵਧੀਆਂ। ਕਈਆਂ ਦੀਆਂ ਤਾਂ ਉਲਟਾ ਘਟ ਗਈਆਂ ਕੋਵਿਡ ਦੇ ਕਾਰਨ, ਆਪਾਂ ਨੂੰ ਪਤਾ ਹੈ ਸੈਲਰੀ ਕੱਟ ਲੱਗੇ ਆ, ਕਈਆਂ ਦੀਆਂ ਨੌਕਰੀਆਂ ਜਾਂਦੀਆਂ ਰਹੀਆਂ, ਤੇ ਉਲਟਾ ਕੀਮਤਾਂ ਜਿਹੜੀਆਂ ਸੀਗੀਆਂ ਉਹ 2% ਦੀ ਬਜਾਏ 8% ਤੱਕ ਚਲੀਆਂ ਗਈਆਂ। ਤਾਂ ਫਿਰ ਇਸੇ ਕਰਕੇ ਤੰਗੀ ਹੋਈ ਲੋਕਾਂ ਨੂੰ। ਸੋ ਇਹ ਸੀ ਇੱਕ ਪਾਰਟ। ਹੁਣ ਜਿਹੜਾ ਅਗਲਾ ਵੱਡਾ ਕੁਐਸਚਨ ਹੈ ਜਿਹੜਾ ਬਹੁਤ ਕਨਫਿਊਜ਼ ਕਰਦਾ ਜ਼ਿਆਦਾਤਰ ਲੋਕਾਂ ਨੂੰ, ਕਿ ਬੈਂਕ ਆਫ ਕੈਨੇਡਾ ਆਪਣਾ ਜਿਹੜਾ ਉਹਨਾਂ ਦਾ ਕੀ ਇੰਟਰਸਟ ਰੇਟ ਹੈ ਜੀ, ਜਿਹਦੇ ਆਧਾਰ ਦੇ ਉੱਤੇ ਫਿਰ ਬਾਕੀ ਬੈਂਕ ਆਪਣੇ ਰੇਟ ਤੈਅ ਕਰਦੇ ਨੇ ਤੇ ਕੰਜ਼ਿਊਮਰ ਦੇ ਪੱਧਰ ਤੇ ਜਾ ਕੇ ਹੋਰ ਉੱਤੇ ਚਲੇ ਜਾਂਦਾ, ਉਹ ਉਸ ਨੂੰ ਵਧਾ ਰਿਹਾ ਲਗਾਤਾਰ ਜੀ। ਤੇ ਆਰਗੂਮੈਂਟ ਇਹ ਦਿੱਤੀ ਜਾਂਦੀ ਹੈ ਕਿ ਇਹ ਇਨਫਲੇਸ਼ਨ ਨੂੰ, ਮਹਿੰਗਾਈ ਨੂੰ ਕੰਟਰੋਲ ਕਰਨ ਲਈ ਕੀਤਾ ਜਾ ਰਿਹਾ। ਹੁਣ ਇੱਕ ਅਕਸਰ ਬੜਾ ਹੀ ਕਾਮਨ ਸਵਾਲ ਹੁੰਦਾ ਜੀ ਕਿ ਜੀ ਬੈਂਕ ਆਫ ਕੈਨੇਡਾ ਦੇ ਇੰਟਰਸਟ ਰੇਟ ਵਧਾਉਣ ਦਾ ਮਹਿੰਗਾਈ ਨਾਲ ਕੀ ਕਨੈਕਸ਼ਨ ਹੈ, ਮਹਿੰਗਾਈ ਇਹਦੇ ਨਾਲ ਕਿਵੇਂ ਘਟਦੀ ਹੈ? ਇਹਨੂੰ ਸਮਝਣ ਵਾਸਤੇ ਸ਼ਮੀਲ ਜੀ ਆਪਾਂ ਨੂੰ ਪਹਿਲਾਂ ਥੋੜਾ ਜਿਹਾ ਪਿੱਛੋਂ ਸ਼ੁਰੂ ਕਰਦੇ ਹਾਂ। ਮੈਂ ਪਹਿਲਾਂ ਇੱਕ ਗੱਲ ਕੀਤੀ CPI, ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ। ਇੱਕ ਨੂੰ ਨਾ ਰਿਪਰੈਜ਼ੈਂਟੇਟਿਵ ਬਾਸਕਟ ਕਿਹਾ ਜਾਂਦਾ। ਉਹ ਇੱਕ ਲੰਬੀ ਚੌੜੀ ਸੂਚੀ ਹੈ ਚੀਜ਼ਾਂ ਦੀ, ਉਹਦੇ ਵਿੱਚ ਬਹੁਤ ਚੀਜ਼ਾਂ। ਜ਼ਰੂਰੀ ਨਹੀਂ ਉਹ ਚੀਜ਼ਾਂ ਹਰ ਇੱਕ ਬੰਦਾ ਵਰਤਦਾ ਹੋਊਗਾ, ਹਰ ਇੱਕ ਕੈਨੇਡੀਅਨ ਵਰਤਦਾ ਹੋਊਗਾ, ਲੇਕਿਨ ਉਹ ਇੱਕ ਜਨਰਲ ਸੂਚੀ ਆ। ਉਹਦੇ 'ਚ ਸਿਗਰਟ ਤੋਂ ਲੈ ਕੇ ਆਪਾਂ ਘਰੇ ਜਿਹੜਾ ਪਾਣੀ ਪੀਂਦੇ ਆ, CD ਵਰਤਦੇ ਆ, ਜਾਂ ਆਪਾਂ ਪੈਨ ਡਰਾਈਵ ਵਰਤਦੇ ਆ, ਜੋ ਆਮ ਵਰਤੋਂ ਦੀਆਂ ਚੀਜ਼ਾਂ ਜਿਹੜੀਆਂ ਕੈਨੇਡੀਅਨਸ ਯੂਜ਼ ਕਰਦੇ ਆ, ਉਹਨਾਂ ਸਾਰੀਆਂ ਦੀ ਇੱਕ ਲੰਬੀ ਚੌੜੀ ਲਿਸਟ ਹੈ। ਫਿਰ ਉਹਨਾਂ ਦੇ ਐਵਰੇਜ ਪ੍ਰਾਈਸ ਹੁੰਦੇ ਆ, ਉਹਨਾਂ ਦੀ ਐਵਰੇਜ ਕੰਜ਼ਪਸ਼ਨ ਕਿੰਨੀ ਕੁ, ਖਪਤ ਕਿੰਨੀ ਕੁ ਉਹ ਹੁੰਦੀ ਹੈ। ਉਹਦੇ ਹਿਸਾਬ ਨਾਲ CPI ਜਿਹੜਾ ਹੈਗਾ, ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹੜਾ ਹੈਗਾ, ਉਹ ਮਾਪਿਆ ਜਾਂਦਾ ਹੈ। ਉਹ ਬੇਸ ਬਣਦਾ ਹੈ ਅਲੱਗ-ਅਲੱਗ ਇੰਸਟੀਟਿਊਸ਼ਨਸ, ਆਰਗੇਨਾਈਜੇਸ਼ਨਸ ਤੇ ਗਵਰਨਮੈਂਟ ਲਈ ਇਹ ਨਿਰਧਾਰਿਤ ਕਰਨ ਵਾਸਤੇ ਕਿ ਮਹਿੰਗਾਈ ਜਿਹੜੀ ਹੈਗੀ ਆ ਉਹ ਕਿੱਥੇ ਕੁ ਨੂੰ ਜਾ ਰਹੀ ਹੈ। ਹੁਣ ਕੁਝ ਚੀਜ਼ਾਂ ਦੇ ਰੇਟ ਕਈ ਵਾਰ ਵੱਧ ਜਾਂਦੇ ਆ, ਲੇਕਿਨ ਦੂਜੀਆਂ ਚੀਜ਼ਾਂ ਉਹਨੂੰ ਘਟ ਕੇ ਜਿਹੜੀਆਂ ਹੈਗੀਆਂ ਉਹ ਫਿਰ ਉੱਥੇ ਲੈ ਆਉਂਦੀਆਂ। ਕਿਸੇ ਚੀਜ਼ ਦੀ ਬਹੁਤਾਤ ਹੋਊਗੀ, ਕਿਸੇ ਚੀਜ਼ ਦੀ, ਤਾਂ ਤੁਹਾਡੀ ਜੇਬ ਦੇ ਉੱਤੇ ਜਿਹੜਾ ਹੈਗਾ ਉਹਦਾ ਅਸਰ ਬਹੁਤਾ ਜ਼ਿਆਦਾ ਨਹੀਂ ਪੈਂਦਾ। ਹੁਣ ਮਹਿੰਗਾਈ ਹੈ ਜਿਹੜੀ, ਇਹ ਵੀ ਅਲੱਗ-ਅਲੱਗ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆਉਂਦੀ ਹੈ। ਇੱਕ ਇਨਸਾਨ ਹੈ, ਉਹਦੇ ਕੋਲ ਮਹਿੰਗੀ ਗੱਡੀ ਹੈ, ਸਮੋਕ ਕਰਦਾ, ਸਟੇਕ ਹਾਊਸ ਦੇ ਵਿੱਚ ਜਾ ਕੇ ਖਾਣਾ ਖਾਂਦਾ, ਉਹਦੇ ਲਈ ਮਹਿੰਗਾਈ ਦੀ ਦਰ ਕੁਝ ਹੋਰ ਹੈ। ਇੱਕ ਇਨਸਾਨ ਹੈ, ਸਾਦਾ ਜੀਵਨ ਜਿਉਂਦਾ, ਸਾਈਕਲ ਰੱਖਦਾ, ਸਾਦੇ ਕੱਪੜੇ ਪਾਉਂਦਾ, ਉਹਦੀ ਕਮਾਈ ਵੀ ਘੱਟ ਹੋਊਗੀ, ਲੇਕਿਨ ਉਹਦੇ ਵਾਸਤੇ ਮਹਿੰਗਾਈ ਜਿਹੜੀ ਆ ਉਹ ਹੋਰ ਰੂਪ 'ਚ ਆਊਗੀ। ਲੇਕਿਨ ਜਦੋਂ ਬੈਂਕ ਆਫ ਕੈਨੇਡਾ ਦੀ ਆਪਾਂ ਗੱਲ ਕਰਦੇ ਹਾਂ, ਜਦੋਂ ਉਹ ਮਹਿੰਗਾਈ ਨੂੰ ਮਾਪਦੇ ਆ, ਉਹ ਇਹਨਾਂ ਸਾਰਿਆਂ ਨੂੰ ਵਿੱਚ ਲੈ ਕੇ ਚੱਲਦੇ ਆ। ਉਹਦੇ 'ਚ ਗਰੀਬ ਤੋਂ ਗਰੀਬ ਤੇ ਅਮੀਰ ਤੋਂ ਅਮੀਰ ਇਨਸਾਨ ਜਿਹੜਾ ਹੈਗਾ, ਤੇ ਹਰੇਕ ਚੀਜ਼ ਜਿਹੜੀ ਹੈਗੀ ਆ ਉਹਦੇ ਵਿੱਚ ਆਉਂਦੀ ਰਹਿੰਦੀ ਹੈ। ਇੱਕ ਹੋਰ ਗੱਲ ਇਹਦੇ 'ਚ ਐਡ ਕਰਦੇ ਹਾਂ ਕਿ ਜਿਹੜੀ ਆਪਾਂ ਰਿਪਰੈਜ਼ੈਂਟੇਟਿਵ ਬਾਸਕਟ ਕਹਿੰਦੇ ਆ, ਅਪਡੇਟ ਹੁੰਦੀ ਰਹਿੰਦੀ ਹੈ। ਇਹ ਆਏ ਨਹੀਂ ਕਿ 1991 ਤੋਂ ਇੱਕੋ ਹੀ ਚੱਲੀ ਆਉਂਦੀ ਹੈ। ਕੁਝ ਚੀਜ਼ਾਂ ਇਹਦੇ 'ਚ ਐਡ ਹੁੰਦੀਆਂ, ਕੁਝ ਇਹਦੇ 'ਚੋਂ ਰਿਮੂਵ ਵੀ ਹੁੰਦੀਆਂ। ਫੋਰ ਐਗਜ਼ਾਮਪਲ 2017 ਦੇ ਵਿੱਚ CD ਜਿਹੜੀਆਂ ਆਪਾਂ ਯੂਜ਼ ਕਰਦੇ ਹੁੰਦੇ ਸੀ, CDs ਤੇ DVDs, ਉਹਨਾਂ ਨੂੰ ਰਿਮੂਵ ਕੀਤਾ ਗਿਆ ਕਿਉਂਕਿ ਹੁਣ ਉਹਨਾਂ ਦੀ ਇਸ ਵੇਲੇ ਯੂਜ਼ ਇੰਨਾ ਹੈ ਨਹੀਂ, ਉਦੋਂ ਤੱਕ ਕਾਫੀ ਸੀਗਾ। ਤਾਂ ਇਸ ਤਰ੍ਹਾਂ ਨਾਲ ਜਿਹੜਾ ਹੈਗਾ ਇਹ ਸਾਰਾ ਤੰਤਰ ਚੱਲਦਾ ਹੈਗਾ। ਤੇ ਹੁਣ ਮਤਲਬ ਜਦੋਂ ਆਪਾਂ ਰੇਟ ਵਧਾਇਆ, ਹਾਂ, ਜਿੱਥੇ ਗੱਲ ਆਪਣੀ ਚੱਲ ਰਹੀ ਸੀ ਕਿ ਜਦੋਂ ਬੈਂਕ ਨੇ ਆਪਣਾ ਰੇਟ ਵਧਾ ਦਿੱਤਾ, ਇੰਟਰਸਟ ਰੇਟ ਜੀ, ਉਹਦੇ ਨਾਲ ਮਹਿੰਗਾਈ ਕਿਵੇਂ ਕੰਟਰੋਲ ਹੁੰਦੀ ਹੈ? ਇਹ ਇੱਕ ਬੜਾ ਕਾਮਨ ਸਵਾਲ ਹੈ। ਹੁਣ ਆਪਾਂ ਇਹਨੂੰ ਕਨੈਕਟ ਕਰ ਪਾਵਾਂਗੇ। ਹੁਣ ਬੈਂਕ ਆਫ ਕੈਨੇਡਾ ਜਿਹੜਾ ਹੈਗਾ ਉਹ ਇਹ ਕਹਿੰਦਾ ਹੈ ਕਿ ਡਿਮਾਂਡ ਤੇ ਸਪਲਾਈ ਇਹ ਚੀਜ਼ਾਂ ਦੇ ਪ੍ਰਾਈਸਿਸ ਨੂੰ ਨਿਰਧਾਰਿਤ ਕਰਦੀ ਹੈ। ਲੋਕਾਂ ਕੋਲੇ ਜਦੋਂ ਪੈਸੇ ਦੀ ਬਹੁਤਾਤ ਹੁੰਦੀ ਆ, ਉਹ ਖਰਚਦੇ ਆ। ਖਰਚਣ ਦੇ ਨਾਲ ਉਹ ਚੀਜ਼ਾਂ ਦੀ ਜਿਹੜੀ ਖਪਤ ਹੈਗੀ ਆ ਉਹ ਵੱਧ ਜਾਂਦੀ ਹੈ। ਆਪਾਂ ਆਮ ਕਰਕੇ ਦੇਖਿਆ ਕਿ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਅਸੀਂ ਕਾਫੀ ਜ਼ਿਆਦਾ ਪੈਸੇ ਖਰਚਦੇ ਹਾਂ ਕਿਉਂਕਿ ਬੋਨਸ ਮਿਲਿਆ ਹੁੰਦਾ, ਬਹੁਤ ਸਾਰੇ ਲੋਕਾਂ ਦੇ ਹੱਥ 'ਚ ਪੈਸੇ ਆਏ ਹੁੰਦੇ ਆ। ਅੱਛਾ, ਜੇ ਕ੍ਰੈਡਿਟ ਈਜ਼ੀ ਹੋਵੇ, ਲੋਨ ਈਜ਼ੀ ਮਿਲਦਾ ਹੋਵੇ, ਮੌਰਟਗੇਜ ਈਜ਼ੀ ਹੋਵੇ, ਉਹਦੇ ਨਾਲ ਵੀ ਉਹ ਜਿਹੜੀ ਹੈਗੀ ਡਿਮਾਂਡ ਵੱਧ ਜਾਂਦੀ ਹੈ। ਜਦੋਂ ਆਸਾਨੀ ਨਾਲ ਕਰਜ਼ਾ ਮਿਲੂਗਾ, ਲੋਕੀ ਆਸਾਨੀ ਨਾਲ ਚੀਜ਼ਾਂ, TV ਵੱਧ ਖਰੀਦੋ, ਮੋਬਾਈਲ ਮਹਿੰਗੇ ਤੋਂ ਮਹਿੰਗਾ ਖਰੀਦ ਲਓ, ਗੱਡੀਆਂ ਜ਼ਿਆਦਾ ਖਰੀਦ ਲਓ, ਕਿਉਂਕਿ
ਲੋਨ ਸਸਤਾ, ਮਾਰਗੇਜ ਸਸਤਾ, ਵੱਡੀਆਂ ਚੀਜ਼ਾਂ ਤੱਕ ਜੇ ਮਾਰਗੇਜ ਸੌਖੀ ਮਾਰਗੇਜ ਤੇ ਘਰ ਜ਼ਿਆਦਾ ਖਰੀਦ ਲਓ, ਘਰਾਂ ਦੀ ਸਪਲਾਈ ਵੀ ਫਿਰ ਉਸ ਹਿਸਾਬ ਨਾਲ ਘਟਦੀ ਹੈ। ਤਾਂ ਉਹਨਾਂ ਦਾ ਲੌਜੀਕ ਇਹ ਹੈ ਕਿ ਜਦੋਂ ਅਸੀਂ ਉਹਦੇ ਤੇ ਰੇਟ ਵਧਾ ਦਿਆਂਗੇ, ਜਦੋਂ ਉਹਨੂੰ ਮਹਿੰਗਾ ਕਰ ਦਿਆਂਗੇ, ਲੋਕਾਂ ਦੀ ਅਫੋਰਡੇਬਿਲਿਟੀ ਘਟ ਜੂਗੀ, ਲੋਨ ਦੀ, ਕ੍ਰੈਡਿਟ ਦੀ, ਮਾਰਗੇਜ ਦੀ, ਤਾਂ ਉਹ ਚੀਜ਼ਾਂ ਦੀ ਡਿਮਾਂਡ ਘਟ ਜੂਗੀ। ਡਿਮਾਂਡ ਘਟੂਗੀ ਤਾਂ ਉਹ ਆਪਣੇ ਆਪ ਉਹਦੀਆਂ ਜਿਹੜੀਆਂ ਕੀਮਤਾਂ ਹੈਗੀਆਂ ਉਹ ਥੱਲੇ ਆ ਜਾਣਗੀਆਂ, ਹੋਣੀਆਂ ਸ਼ੁਰੂ ਹੋ ਜਾਣਗੀਆਂ। ਤੇ ਇਹ ਦੂਜੇ ਪਾਸੇ ਨੂੰ ਵੀ ਕੰਮ ਕਰਦਾ। ਜੇ ਉਹ ਇੰਟਰਸਟ ਰੇਟ ਘਟਾ ਦਿੰਦੇ ਆ ਤਾਂ ਉਹਦੀ ਡਿਮਾਂਡ ਵੱਧ ਜਾਣੀ ਹੈ ਤੇ ਫਿਰ ਮਹਿੰਗਾਈ ਵੱਧ ਜਾਣੀ ਹੈ, ਦੁਬਾਰਾ ਫਿਰ ਉਹ ਸਾਈਕਲ ਸ਼ੁਰੂ ਹੋ ਜਾਏਗਾ। ਜੀ ਜੀ। ਸੋ ਬੇਸਿਕਲੀ ਇਹ ਸਾਈਕਲ ਹੈ ਜਿਹਦੇ 'ਚ ਅਲੱਗ-ਅਲੱਗ ਮੌਕਿਆਂ ਦੇ ਉੱਤੇ ਇਹ ਟੂਲ ਕੰਮ ਕਰਦਾ। ਜੀ ਬਿਲਕੁਲ। ਇਹ ਨਹੀਂ ਕਿ ਇਹ ਹਮੇਸ਼ਾ ਇਹਦੀ ਜ਼ਰੂਰਤ ਹੁੰਦੀ ਹੈ। ਕਿਸੇ ਵੇਲੇ ਬੈਂਕ ਨੇ ਜਦੋਂ ਉਹਨਾਂ ਨੂੰ ਲੱਗਿਆ ਸੀ ਇਕਨੋਮੀ ਥੱਲੇ ਆ ਰਹੀ ਹੈ ਤੇ ਇਕਨੋਮਿਕ ਐਕਟੀਵਿਟੀ ਨੂੰ ਤੇਜ਼ ਕਰਨ ਦੀ ਲੋੜ ਹੈ, ਜਿਵੇਂ ਰਿਸੈਸ਼ਨ 'ਚ ਆਲਮੋਸਟ ਜ਼ੀਰੋ ਤੇ ਲੈ ਕੇ ਆ ਗਏ ਸੀ ਆਪਣਾ ਇੰਟਰਸਟ ਰੇਟ। ਬਿਲਕੁਲ। ਬੈਂਕ ਆਫ ਕੈਨੇਡਾ ਦਾ ਇਹ ਵੀ ਹੈ ਜੀ, ਉਹਨਾਂ ਨੇ ਜੋ ਉਹ ਕਲੇਮ ਕਰਦੇ ਆ, ਹਰ ਇੱਕ ਛੋਟੀ ਮੋਟੀ ਅਪ ਡਾਊਨ ਦੇ ਉੱਤੇ ਉਹ ਇਹਦੇ ਵਿੱਚ ਜੰਪ ਇਨ ਨਹੀਂ ਕਰਦੇ, ਕਿਉਂਕਿ ਇਹਦੇ ਜਿਹੜੇ ਪ੍ਰਭਾਵ ਹੁੰਦੇ ਆ ਉਹ ਦੂਰਗਾਮੀ ਹੁੰਦੇ ਆ, ਦੂਰ ਜਾ ਕੇ ਪੈਂਦੇ ਆ। ਇਹ ਨਹੀਂ ਕਿ ਆਪਾਂ ਅੱਜ ਜਿਵੇਂ ਹੁਣ ਕੱਲ ਇੰਟਰਸਟ ਰੇਟ ਮੰਨ ਲਓ ਕੋਈ ਫਰਕ ਪਿਆ, ਵਧੇ, ਇਹ ਨਹੀਂ ਕਿ ਉਹਦਾ ਪਰਸੋਂ ਤੋਂ ਲੈ ਕੇ ਕੀਮਤਾਂ ਦੇ ਉੱਤੇ ਫਰਕ ਪੈਣਾ ਸ਼ੁਰੂ ਹੋ ਜਾਊਗਾ। ਉਹਨੂੰ ਸਾਰੇ ਉਹਦਾ ਇਫੈਕਟ ਪੈਣ ਨੂੰ 6 ਮਹੀਨੇ ਲੱਗ ਸਕਦੇ ਆ। ਤੇ ਇਹ ਤਾਂ ਹੈ ਹੁਣ ਇੱਕ ਸਾਈਡ ਜੀ, ਪਰ ਸਾਰੇ ਲੋਕ ਇਸ ਗੱਲ ਨਾਲ ਸਹਿਮਤ ਵੀ ਨਹੀਂ। ਉਹ ਇਹ ਮੰਨਦੇ ਨੇ ਕਿ ਵੀ ਜਿਹੜਾ ਇਹ ਇੰਟਰਸਟ ਰੇਟ ਵਧਾਉਣਾ ਜੀ, ਇਹ ਵੀ ਸਿਰਫ ਇੱਕ ਟੂਲ ਹੈ ਜੀ, ਤੇ ਇਹ ਵੀ ਇੱਕ ਲਿਮਿਟ ਤੱਕ ਹੀ ਕਾਮਯਾਬ ਹੋ ਸਕਦਾ। ਬਿਲਕੁਲ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਇਹ ਮੈਂ ਕੱਲ ਕਿ ਪਰਸੋਂ ਇੱਕ ਮੈਂ ਇੰਟਰਵਿਊ ਦੇਖ ਰਿਹਾ ਸੀਗਾ CBC ਦੇ ਉੱਪਰ, ਜਿਮ ਸਟੈਨਫੋਰਡ ਜੋ ਕਿ ਡਾਇਰੈਕਟਰ ਨੇ ਸੈਂਟਰ ਫਾਰ ਫਿਊਚਰ ਵਰਕਸ, ਇੱਕ ਸੰਸਥਾ ਹੈਗੀ ਆ ਉਹਦੇ, ਉਹਨਾਂ ਦਾ ਵੀ ਵਿਚਾਰ ਇਸ ਨਾਲ ਮਿਲਦਾ ਜੁਲਦਾ ਸੀ। ਉਹ ਕਹਿੰਦੇ ਵੀ ਠੀਕ ਹੈ, ਇੱਕ ਟੂਲ ਹੈ ਇਹ ਜਿਹੜਾ ਤੁਹਾਡਾ ਇੰਟਰਸਟ ਰੇਟ ਹੈ, ਕੀ ਇੰਟਰਸਟ ਰੇਟ ਜਿਹਨੂੰ ਆਪਾਂ ਕਹਿੰਦੇ ਆ, ਇਹ ਸਿਰਫ ਆਈ ਨਹੀਂ ਕਿ ਲੋਨ ਦੇ ਉੱਤੇ ਵੱਧਦਾ, ਇਹ ਡਿਪੋਜ਼ਿਟ ਦੇ ਉੱਤੇ ਵੀ ਵੱਧਦਾ ਹੈਗਾ। ਇਹਦੇ ਨਾਲ ਇੱਕ ਹੋਰ ਇਫੈਕਟ ਮੈਂ ਤੁਹਾਡੇ ਧਿਆਨ 'ਚ ਲਿਆ ਦਿਆਂ, ਜਦੋਂ ਇੰਟਰਸਟ ਰੇਟ ਵੱਧਦੇ ਆ, ਡਿਪੋਜ਼ਿਟ ਦੇ ਉੱਤੇ ਵੱਧਦੇ ਆ, ਉਹਦੇ ਨਾਲ ਲਾਲਚ ਕੀ ਪੈਦਾ ਹੁੰਦਾ, ਆਪਾਂ ਆਪਣੇ ਪੈਸੇ ਨੂੰ ਬੈਂਕ 'ਚ ਰੱਖਣਾ ਚਾਹੁੰਦੇ ਆ। ਜਦੋਂ ਆਪਾਂ ਬੈਂਕ 'ਚ ਪੈਸਾ ਰੱਖਦੇ ਆ, ਆਪਾਂ ਖਰਚਦੇ ਨਹੀਂ, ਸੇਵਿੰਗ ਵੱਧਦੀ ਹੈ। ਜਿਹੜੀ ਸੇਵਿੰਗ ਵੱਧਦੀ ਹੈ ਉਹਦਾ ਵੀ ਮਹਿੰਗਾਈ ਦੇ ਉੱਤੇ ਅਸਰ ਪੈਂਦਾ। ਸੇਵਿੰਗ ਵਧਣ ਦੇ ਨਾਲ ਮਹਿੰਗਾਈ ਘਟਦੀ ਹੈ, ਕਿਉਂਕਿ ਆਪਾਂ ਪੈਸਾ ਖਰਚ ਨਹੀਂ ਰਹੇ, ਡਿਮਾਂਡ ਘਟ ਗਈ। ਅੱਛਾ, ਉਹ ਇਹ ਕਹਿੰਦੇ ਆ ਵੀ ਇਹ ਇੱਕ ਟੂਲ ਹੈ, ਸਾਡੇ ਕੋਲ ਇੱਕ ਮਲਟੀਪਲ ਟੂਲ ਹੋਣੇ ਚਾਹੀਦੇ, ਤੇ ਇਹ ਟੂਲ ਇਸ ਵੇਲੇ ਜਿਹੜਾ ਹੈਗਾ ਉਹਨਾਂ ਕਾਰਗਰ ਸਾਬਤ ਨਹੀਂ ਹੋ ਰਿਹਾ। ਸ਼ਾਇਦ ਲੋਕ ਜਲਦੀ ਇੰਟਰਸਟ ਲੱਭ ਰਹੇ ਆ, ਜਲਦੀ ਇੰਟਰਸਟ ਦਾ ਭਾਵ ਮਤਲਬ ਜੋ ਲੋਕਾਂ ਦੇ ਕੰਮ ਦੀ ਚੀਜ਼ ਆ, ਲੋਕ ਉਹਨੂੰ ਚਾਹੁੰਦੇ ਆ ਕਿ ਉਹਦਾ ਇਫੈਕਟ ਜਲਦੀ ਹੋਵੇ। ਇੰਟਰਸਟ ਰੇਟ ਵਧਿਆ, ਚਲੋ ਅਸੀਂ ਪੈਸੇ ਪੇ ਕਰ ਰਹੇ ਹਾਂ, ਸਾਡੀਆਂ ਮੌਰਗੇਜਿਸ ਮਹਿੰਗੀਆਂ ਹੋਈਆਂ, ਗਰੋਸਰੀ ਸਸਤੀਆਂ ਤਾਂ ਹੋਣ, ਪਰ ਉਹਦਾ ਹਜੇ ਲੋਕਾਂ ਨੂੰ ਦਿਖ ਨਹੀਂ ਰਿਹਾ। ਤਾਂ ਉਹ ਮਾਹਰਾਂ ਦਾ ਮੰਨਣਾ ਇਹ ਹੈ ਵੀ ਇਹਦੇ ਕੁਝ ਇੱਦਾਂ ਦੀਆਂ ਟੂਲਸ ਇਹਨਾਂ ਨੂੰ ਹੋਰ ਇਜਾਦ ਕਰਨੇ ਪੈਣਗੇ, ਇੱਦਾਂ ਦੇ ਉਪਾਅ ਲੱਭਣੇ ਪੈਣਗੇ ਜਿਨ੍ਹਾਂ ਦਾ ਪ੍ਰਭਾਵ ਜਲਦੀ ਹੋਵੇ, ਲੰਬੇ ਸਮੇਂ ਤੱਕ ਪਵੇ, ਤੇ ਕੁਝ ਚੀਜ਼ਾਂ ਜਿਹੜੀਆਂ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੈ, ਬੈਂਕ ਦੇ ਕੰਟਰੋਲ ਤੋਂ ਬਾਹਰ, ਬੈਂਕ ਦੇ ਕੰਟਰੋਲ ਤੋਂ ਬਾਹਰ ਹੈ। ਹੁਣ ਇਹਨਾਂ ਨੇ ਮੰਨ ਲਓ ਰੇਟ ਵਧਾਤਾ, ਇਹਦਾ ਜਿਹੜੀ ਗਲੋਬਲ ਸਪਲਾਈ ਚੇਨ ਦੇ ਉੱਤੇ ਤਾਂ ਕੋਈ ਫਰਕ ਨਹੀਂ ਪੈਣਾ, ਬਿਲਕੁਲ, ਇਹ ਤਾਂ ਤੁਹਾਡੇ ਲੋਕਲ ਸ਼ਹਿਰੀਆਂ ਤੇ ਫਰਕ ਪੈਣਾ। ਲੋਕਲ ਤੁਸੀਂ ਡਿਮਾਂਡ ਘਟਾ ਕੇ ਆਪਣੀ ਸਪਲਾਈ ਨੂੰ ਠੀਕ ਕਰ ਲਿਆ। ਜਿਹੜੀ ਸਪਲਾਈ ਅਸੀਂ ਨਿਰਭਰ ਹੀ ਬਾਹਰਲੇ ਦੇਸ਼ਾਂ 'ਤੇ, ਹੁਣ ਇੱਕ ਚਿਪ ਆਉਂਦੀ ਹੈ ਜਿਹਦੇ ਕਰਕੇ ਕਾਰਾਂ ਦੀ ਸਪਲਾਈ ਰੁਕੀ ਹੋਈ ਹੈ, ਤੁਹਾਨੂੰ ਅੱਜ ਕੱਲ੍ਹ ਆਪਣੇ ਸਰਕਟ ਬੋਰਡ ਨਹੀਂ ਮਿਲਦੇ, ਕੈਮਰੇ ਦਾ ਇਕਵਿਪਮੈਂਟ ਨਹੀਂ ਮਿਲਦਾ, ਬੜੀਆਂ ਮੁਸ਼ਕਲਾਂ ਹੈਗੀਆਂ। ਔਰ ਇਹਦੇ 'ਚ ਇਹ ਵੀ ਮਤਲਬ ਇੱਕ ਫਾਲਟੀ ਸਮਝਿਆ ਗਿਆ ਕਿ ਇਹ ਅੰਡਰਸਟੈਂਡਿੰਗ ਹੈ ਕਿ ਮਹਿੰਗਾਈ ਸਿਰਫ ਇਸ ਕਰਕੇ ਵੱਧ ਰਹੀ ਹੈ ਕਿ ਲੋਕਾਂ ਕੋਲ ਪੈਸਾ ਜ਼ਿਆਦਾ। ਜੀ, ਮਹਿੰਗਾਈ ਇਸ ਕਰਕੇ ਵੀ ਵੱਧ ਰਹੀ ਸੀ ਕਿ ਸਪਲਾਈ ਘਟੀ ਹੋਈ ਸੀ, ਗਲੋਬਲ ਸਪਲਾਈ ਚੇਨ ਡਿਸਟਰਪਟ ਹੋ ਗਈ, ਉਹਦੇ ਕਰਕੇ ਚੀਜ਼ਾਂ ਨਹੀਂ ਆ ਰਹੀਆਂ, ਸੋ ਉਸ ਕਰਕੇ ਵੀ ਮਹਿੰਗੀਆਂ ਹੋਈਆਂ। ਕੋਵਿਡ ਦੇ ਕਰਕੇ ਪਰਿਸਥਿਤੀਆਂ ਜਿਹੜੀਆਂ ਸੀ ਉਹ ਬਿਲਕੁਲ ਹੀ ਅਨਪ੍ਰੈਡਿਕਟੇਬਲ ਹੋ ਗਈਆਂ, ਸਾਰੀ ਦੁਨੀਆ ਹਿੱਲ ਗਈ। ਉਹਨਾਂ ਦੇ ਕੋਲੇ ਮਤਲਬ ਜਿਹਨੂੰ ਕਹਿ ਲਓ ਕਿ ਇਸ ਤਰ੍ਹਾਂ ਦੇ ਕੋਈ ਉਪਾਅ ਹੋਣੇ ਚਾਹੀਦੇ ਆ, ਉਹਨਾਂ ਨੇ ਕਿਹਾ, ਜਿਹਦੇ ਨਾਲ ਕੁਝ ਹੱਦ ਤੱਕ ਜੇ ਬਾਹਰ ਕੋਈ ਸ਼ੇਕਅਪ ਹੁੰਦਾ ਵੀ ਹੈ, ਪੂਰੀ ਦੁਨੀਆ ਦੇ ਵਿੱਚ ਗਲੋਬਲ ਲੈਵਲ ਤੇ ਤੁਹਾਡੇ ਕੰਟਰੋਲ ਤੋਂ ਬਾਹਰ ਦੀਆਂ ਚੀਜ਼ਾਂ ਕੁਝ ਜਿਹੜੀਆਂ ਹੈਗੀਆਂ ਉਹ ਸ਼ੇਕਅਪ ਹੋ ਜਾਂਦੀਆਂ, ਉਹਦੇ ਨਾਲ ਘੱਟੋ ਘੱਟ ਤੁਹਾਡੀ ਇਕਨੋਮੀ ਕੁਝ ਦੇਰ ਤੱਕ ਸਸਟੇਨ ਤਾਂ ਕਰੇ। ਇਹ ਨਾ ਹੋਵੇ ਕਿ ਇੱਕਦਮ ਉਧਰ ਸ਼ੇਕਅਪ ਹੋਇਆ ਤੇ ਇੱਧਰ ਸਾਡਾ ਸਾਰਾ ਹੀ ਸਿਸਟਮ ਹਿਲ ਜੇ, ਜੋ ਕਿ ਹੁਣ ਹੋਇਆ। ਅਸੀਂ 22-26 ਸਾਲ ਤੋਂ ਬੜਾ ਸਟੇਬਲ ਚੱਲੇ ਆਉਂਦੇ ਸੀ, ਪਰ ਇੱਕ ਕੋਵਿਡ ਨੇ ਬਹੁਤ ਜਲਦੀ ਸਾਡੇ ਪੂਰੇ ਸਿਸਟਮ ਨੂੰ ਹਿਲਾ ਕੇ ਰੱਖਤਾ। ਔਰ ਮੇਰੇ ਖਿਆਲ ਹੈ ਮਹਿੰਗਾਈ 'ਚ ਜਤਿੰਦਰ ਜੀ ਕਈ ਵਾਰ ਸਾਈਕੋਲੋਜੀਕਲ ਫੈਕਟਰ ਵੀ ਕੰਮ ਕਰਦੇ ਨੇ। ਆਪਾਂ ਦੇਖ ਰਹੇ ਹਾਂ, ਮੰਨ ਲਿਆ ਵੀ ਜਿਵੇਂ ਕਿਸੇ ਚੀਜ਼ ਦੀ ਇਹ ਬਣ ਗਿਆ, ਪ੍ਰਭਾਵ ਚਲੇ ਗਿਆ, ਡਰ ਪੈਦਾ ਹੋ ਗਿਆ ਵੀ ਚੀਜ਼ ਖਤਮ ਹੋ ਜਾਣੀ ਹੈ ਜੀ, ਤੇ ਲੋਕਾਂ ਨੇ ਉਹ ਚੀਜ਼ ਇਕੱਠੀ ਕਰਕੇ ਰੱਖ ਲਈ, ਜ਼ਖੀਰੇਬਾਜ਼ੀ ਸ਼ੁਰੂ ਕਰ ਲਈ। ਬਿਲਕੁਲ, ਉਹਦੇ ਨਾਲ ਮਾਰਕੀਟ 'ਚ ਉਹਦੀ ਜਿਹੜੀ ਸਪਲਾਈ ਹੈ ਉਹ ਤੇ ਫਰਕ ਪੈ ਗਿਆ, ਇਹਦੇ ਕਰਕੇ ਉਹ ਮਹਿੰਗੀ ਹੋ ਗਈ। ਸੋ ਇਸ ਤਰ੍ਹਾਂ ਦੇ ਸਾਈਕੋਲੋਜੀਕਲ ਫੈਕਟਰ ਵੀ ਕੰਮ ਕਰਦੇ ਨੇ ਇਕਨੋਮੀ 'ਚ। ਇੱਕ ਪਹਿਲੂ ਇਹ ਹੋ ਗਿਆ ਸ਼ਮੀਲ ਜੀ। ਦੂਜਾ ਪਹਿਲੂ ਜੋ ਆਪਾਂ ਹੁਣ ਦੇਖ ਰਹੇ ਹਾਂ, ਸਾਰੇ ਸ਼ਹਿਰਾਂ ਦੇ ਵਿੱਚ ਰੋਜ਼ ਕੁਛ ਨਾ ਕੁਛ ਵਾਰਦਾਤਾਂ, ਹੁਣ ਆਪਣੀ ਮਾਨਸਿਕ ਸਿਹਤ ਦਾ, ਮੈਂਟਲ ਹੈਲਥ ਦੀ ਗੱਲ ਜਿਹੜੀ ਹੈਗੀ ਆ ਉਹ ਹੁਣ ਹੋਣ ਲੱਗ ਪਈ ਹੈ। ਮੈਂਟਲ ਹੈਲਥ ਦੇ ਵਿੱਚ ਇਹਨਾਂ ਨੂੰ ਇਨਵੈਸਟ ਕਰਨਾ ਪੈ ਰਿਹਾ, ਤੇ ਮੈਂਟਲ ਹੈਲਥ ਜਿਹੜੀ ਹੈਗੀ ਆ ਉਹ ਫਾਈਨੈਂਸ਼ੀਅਲ ਹੈਲਥ ਦੇ ਨਾਲ ਬਹੁਤ ਹੱਦ ਤੱਕ ਜੁੜੀ ਹੋਈ ਹੈ।
ਰਿਸੈਸ਼ਨ ਜਿਹੜਾ ਹੈਗਾ, ਮੈਨੂੰ ਤਾਂ ਇਹ ਵੀ ਲੱਗਦਾ ਹੁੰਦਾ ਕਿ ਰਿਸੈਸ਼ਨ ਕਈ ਵਾਰ ਜਿਹੜਾ ਹੈਗਾ ਉਹ ਦੇਖੋ ਦੇਖ ਵੀ ਚੱਲ ਪੈਂਦਾ ਹੈਗਾ। ਰਿਸੈਸ਼ਨ ਦੀ ਵੀ ਇਹਦਾ ਮਨੋਵਿਗਿਆਨ ਹੈ, ਇਹਦੀ ਵੀ ਇੱਕ ਸਾਈਕੋਲੋਜੀ ਹੈ। ਖੈਰ ਅਸੀਂ ਫਿਰ ਆਪਣੇ ਟੌਪਿਕ ਤੋਂ ਬਾਹਰ ਚੱਲ ਜਾਂਗੇ। ਸੋ ਬੇਸਿਕ ਜਿਹੜੇ ਸਾਡੇ ਬੇਸਿਕ ਕੁਐਸਚਨ ਸੀਗੇ ਕਿ ਮਹਿੰਗਾਈ ਅਸਲ ਵਿੱਚ ਕਿਵੇਂ ਤੈਅ ਹੁੰਦੀ ਹੈ, ਮਹਿੰਗਾਈ ਦੀ ਦਰ ਤੇ ਜੋ ਕੁਝ ਇਸ ਵੇਲੇ ਚੱਲ ਰਿਹਾ, ਜਿਸ ਨੇ ਕਾਫੀ ਲੋਕਾਂ ਨੂੰ ਪਰੇਸ਼ਾਨ ਵੀ ਕੀਤਾ ਹੋਇਆ, ਕਿਉਂਕਿ ਲੋਕ ਪਰੇਸ਼ਾਨ ਨੇ। ਉਹ ਪਰੇਸ਼ਾਨ ਇਸ ਕਰਕੇ ਨੇ ਕਿ ਉਹਨਾਂ ਨੇ ਘਰਾਂ 'ਚ ਇਨਵੈਸਟ ਕੀਤਾ ਹੋਇਆ। ਬਿਲਕੁਲ। ਤੇ ਔਰ ਜਿੱਥੋਂ ਤੱਕ ਬੈਂਕ ਆਫ ਕੈਨੇਡਾ ਦਾ ਜਿਹੜਾ ਪਰਪਸ ਹੈ ਉਹ ਇਸ ਗੱਲ 'ਚ ਕਾਮਯਾਬ ਵੀ ਹੋਏ ਨੇ, ਕਿਉਂਕਿ ਹਾਊਸਿੰਗ ਐਕਟੀਵਿਟੀ ਕੰਟਰੋਲ 'ਚ ਵੀ ਆਈ ਹੈ। ਇਹ ਵੀ ਪ੍ਰੈਡਿਕਟ ਕੀਤਾ ਜਾ ਰਿਹਾ ਹੈ ਮਾਹਰਾਂ ਵੱਲੋਂ ਕਿ ਹੋ ਸਕਦਾ ਹੈ ਇਸੇ ਸਾਲ ਦੇ ਵਿੱਚ ਚਲੋ 2% ਦਾ ਨਾਂ ਸੀ, ਲੇਕਿਨ ਇਹ 3% ਦੇ ਆਸ-ਪਾਸ ਉਮੀਦ ਕਰਦੇ ਆ, ਜੋ ਕਿ ਆਮ ਲੋਕ ਨਹੀਂ ਕਰਦੇ ਇਸ ਚੀਜ਼ ਨੂੰ ਉਮੀਦ। ਉਹ ਕਹਿੰਦੇ ਵੀ ਨਹੀਂ, ਇੰਨੀ ਛੇਤੀ ਨਹੀਂ ਹੋ ਸਕਦਾ। ਪਰ ਕਈ ਮਾਹਰਾਂ ਦਾ ਇਹ ਮੰਨਣਾ ਹੈਗਾ ਕਿ ਇਹ ਜਿਹੜੀ ਰੇਟ ਹੈ ਮਹਿੰਗਾਈ ਦਾ, ਇਹ ਇੰਨੀ ਕੁ ਜਲਦੀ ਘਟਣਾ ਵੀ ਆਪਾਂ ਐਕਸਪੈਕਟ ਨਹੀਂ ਕਰ ਸਕਦੇ। ਬੈਂਕ ਦਾ ਇਹ ਮੰਨਣਾ ਹੈ ਕਿਉਂਕਿ ਜਿਹੜਾ ਮਾਰਚ ਦੇ ਵਿੱਚ ਅਗਲੇ ਸਾਲ ਤੱਕ ਸ਼ਾਇਦ ਇਹ 2% ਤੇ ਆਉਣ ਦਾ ਇਹਨਾਂ ਦਾ ਟੀਚਾ ਅਗਲੇ ਸਾਲ ਦੇ ਵਿੱਚ ਉਮੀਦ ਕਰ ਰਹੇ ਆ, ਕਿਉਂਕਿ ਜਿਹੜਾ ਪਹਿਲਾ ਮਾਰਚ ਦੇ ਵਿੱਚ ਜਿਹੜਾ ਪਹਿਲਾ ਵਾਧਾ ਹੋਇਆ ਸੀਗਾ, ਉਹਦੇ ਅਸਰ ਕਹਿੰਦੇ ਆ ਕਿ ਹੁਣੇ ਸ਼ੁਰੂ ਹੋਣੇ ਆ ਹਲੇ। ਚਲੋ ਦੇਖਦੇ ਹਾਂ ਜੀ ਜਤਿੰਦਰ ਜੀ, ਇਹ ਜਿਹੜੇ ਟੌਪਿਕ ਨੇ ਇਹ ਥੋੜੇ ਜਿਹੇ ਕੰਪਲੈਕਸ ਸਵਾਲ ਨੇ। ਬਿਲਕੁਲ। ਔਰ ਇਸੇ ਕਰਕੇ ਇਹਨਾਂ 'ਚ ਜਿਹੜੇ ਈਵਨ ਐਕਸਪਰਟਸ ਨੇ, ਇਕੋਨੋਮਿਸਟ ਨੇ, ਉਹਨਾਂ ਦੀ ਕੋਈ ਇੱਕ ਰਾਏ ਨਹੀਂ ਹੁੰਦੀ ਇਹਨਾਂ ਬਾਰੇ। ਬਿਲਕੁਲ। ਸੋ ਅਲੱਗ-ਅਲੱਗ ਤਰੀਕੇ ਨਾਲ ਹਰ ਕੋਈ ਇਹਨਾਂ ਨੂੰ ਐਕਸਪਲੇਨ ਕਰਦਾ, ਪਰ ਇੱਕ ਬੇਸਿਕ ਫਰੇਮਵਰਕ ਹੈ ਜਿਹਨੂੰ ਅਸੀਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਉਮੀਦ ਹੈ ਕਿ ਜਿਹੜੀ ਸਾਡੀ ਇਹ ਗੱਲਬਾਤ ਹੈ ਸਾਡੇ ਸੁਣਨ ਵਾਲਿਆਂ ਨੂੰ ਪਸੰਦ ਆਏਗੀ। ਤੁਹਾਡਾ ਜਤਿੰਦਰ ਜੀ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ ਸ਼ਮੀਲ ਜੀ। ਤੇ ਇਹ ਜਿਹੜੇ ਸਵਾਲ ਨੇ, ਜਿਹੜੇ ਅਸੀਂ ਖਬਰਾਂ 'ਚ ਬਹੁਤ ਸਾਰੀਆਂ ਟਰਮ ਯੂਜ਼ ਕਰਦੇ ਹਾਂ, ਜਾਂ ਜਿਹੜੇ ਇਹ ਬੇਸਿਕ ਕਨਸੈਪਟ ਨੇ, ਕਈ ਵਾਰ ਜਿਹੜੇ ਐਕਸਪਰਟ ਨੇ ਉਹ ਇਹ ਮੰਨ ਕੇ ਚੱਲਦੇ ਨੇ ਕਿ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਇਹ ਸਮਝ ਆ ਰਹੇ ਨੇ, ਤੇ ਪਰ ਜ਼ਰੂਰਤ ਹੁੰਦੀ ਹੈ ਕਿ ਉਹਨਾਂ ਨੂੰ ਸੌਖੇ ਤਰੀਕੇ ਨਾਲ ਐਕਸਪਲੇਨ ਕੀਤਾ ਜਾਏ। ਸੋ ਉਸੇ ਕੋਸ਼ਿਸ਼ ਦੇ ਵਿੱਚ ਅਸੀਂ ਅੱਜ ਦੀ ਇਹ ਗੱਲਬਾਤ ਕੀਤੀ ਹੈ। ਉਮੀਦ ਹੈ ਇਹ ਗੱਲਬਾਤ, ਇਹ ਇਨਫੋਰਮੇਸ਼ਨ ਤੁਹਾਨੂੰ ਚੰਗੀ ਲੱਗੀ ਹੋਏਗੀ ਤੇ ਤੁਹਾਨੂੰ ਹੈਲਪਫੁਲ ਹੋਏਗੀ ਇਹਨਾਂ ਇਸ਼ੂਜ਼ ਨੂੰ ਸਮਝਣ ਵਾਸਤੇ।